ਅਸੀਂ ਕੀ ਕੀਤਾ, ਅਸੀਂ ਫਿਲਟਰ ਤੋਂ ਹਟ ਕੇ ਇਹ ਟੈਕਨੋਲੋਜੀ ਬਣਾਈ ਹੈ। ਸੋ ਪਹਿਲਾਂ ਦੀ ਐਵਰੇਜ ਵੀ ਆਪਾਂ ਪਤਾ ਕਰਾਂਗੇ ਕਿੰਨੀ ਕੁ ਐਵਰੇਜ ਦੇ ਦਿੰਦੀ ਹੈ ਇੱਕ ਆਰਗੇਨਾਈਜੇਸ਼ਨ ਹੈ AVL, ਬੜੀ ਫੇਮਸ ਆਰਗੇਨਾਈਜੇਸ਼ਨ ਹੈ ਵਰਲਡ ਵਾਈਡ। ਉੱਥੇ ਇਸ ਗੱਡੀ ਦਾ ਜਿਵੇਂ ਕਹਿੰਦੇ ਨਾ ਐਪਲ ਟੂ ਐਪਲ ਕੰਪੈਰੀਜ਼ਨ, ਸੇਮ ਗੱਡੀ, ਸੇਮ ਡਿਸਟੈਂਸ ਰਨਿੰਗ, ਸੇਮ ਸਭ ਕੁਝ ਓਕੇ, ਤੇ ਇੱਕ ਵਾਰੀ ਉਹਦੇ ਉੱਤੇ ਤੇ ਇੱਕ ਵਾਰੀ ਉਹਦੇ ਉੱਤੇ, ਤੇ ਇਹ ਤੁਸੀਂ ਸਮਝ ਲਓ ਕਿ 25% ਤੋਂ ਜ਼ਿਆਦਾ ਫਿਊਲ ਸੇਵਿੰਗ ਹੋ ਗਈ। ਉਹ ਵੀ ਹੈਰਾਨ ਸੀਗੇ। ਇਹ ਐਕਚੁਅਲੀ ਜੀ ਆਈਡੀਆ ਸੀ ਆਦੇਸ਼ ਸਿੰਘ ਨੂੰ ਆਇਆ ਸੀ, ਔਰ ਇਹ ਸਾਨੂੰ ਇਸ ਚੀਜ਼ ਤੇ ਕੰਮ ਕਰਦਿਆਂ ਕਰੀਬ 10-12 ਸਾਲ ਹੋ ਗਏ ਆ। ਇੰਜਨ ਦਾ ਜਿਹੜਾ ਕਚਰਾ ਹੈ, ਪਾਰਟੀਕਲ, ਕਾਲਾ ਸੂਟ, ਛੋਟੇ ਛੋਟੇ ਪਾਰਟੀਕਲ ਜਿਹੜੇ ਸਾਹ 'ਚ ਫਸਦੇ ਨੇ, ਉਹਨਾਂ ਨੂੰ ਇਹ ਕੱਢ ਲਵੇ ਬਿਨਾਂ ਕੋਈ ਰੁਕਾਵਟ ਪਾਏ। ਆਹ ਜਿਹੜਾ ਤੁਸੀਂ ਜਿਹਨੂੰ ਆਪਾਂ ਜੁਗਾੜ ਕਹਿੰਦੇ ਆ, ਇਹ ਜਿਹੜਾ ਦੇਖਿਆ ਇਹ ਸਾਡੀ 10-12 ਸਾਲ ਦੀ ਮਿਹਨਤ ਹੈ। ਇਹਦੇ 'ਚ ਅਸੀਂ ਬੇਸਿਕਲੀ ਵੈਲੋਸਿਟੀਜ਼ ਐਕਸਲਰੇਟ ਕਰਦੇ ਹਾਂ। ਕੀ ਕਰ ਰਹੇ ਅੱਜ ਕੱਲ੍ਹ ਇੰਡਸਟਰੀ 'ਚ ਲੋਕੀ, ਉਹ ਕਹਿੰਦੇ ਜੀ ਇਹ ਪਾਰਟੀਕੂਲੇਟ ਜ਼ਿਆਦਾ ਆ ਰਿਹਾ, ਇਹਦਾ ਕਾਰਬਨ ਜ਼ਿਆਦਾ ਆ ਰਿਹਾ, ਇਹਨੂੰ ਘਟਾਓ। ਉਹ ਕੀ ਕਰਦੇ, ਐਗਜ਼ੌਸਟ ਦੇ ਉੱਤੇ ਹੀ ਫਿਲਟਰ ਲਾ ਦਿੰਦੇ ਨੇ। ਬਈ ਦਿੱਲੀ 'ਚ ਇਹ ਚੱਲ ਨਹੀਂ ਸਕਦੀ, ਆਹ ਮਸ਼ੀਨ ਲਾ ਦਿਓ, ਉਹਨਾਂ ਨੂੰ ਕਹੋ ਜੀ ਤੁਸੀਂ ਚੈੱਕ ਕਰ ਲਓ ਨਾ, ਨਵੀਂ ਗੱਡੀ ਲਿਓ, ਇਹਨੂੰ ਚੈੱਕ ਕਰ ਲਓ, ਇਹ ਬੈਟਰ ਦਿੰਦੀ ਹੈ ਐਮਿਸ਼ਨ ਦੇ ਜਿਹੜੇ ਨੋਰਮਸ ਨੇ। ਫਿਲਟਰ ਰੁਕਾਵਟ ਕਰਦਾ ਤੇ ਇੰਜਨ ਹੋਰ ਜ਼ੋਰ ਲੈਂਦਾ, ਹੋਰ ਤੇਲ ਖਾਂਦਾ, ਪਾਵਰ ਉਹਦੀ ਘਟਦੀ ਹੈ, ਫਿਰ ਜਿਹੜਾ ਫਿਲਟਰ ਹੈ ਉਹ ਚੋਕ ਹੋ ਜਾਂਦਾ ਕਾਰਬਨ ਦੇ ਨਾਲ, ਫਿਰ ਉਹਨੂੰ ਉੱਥੇ ਹੀ ਸਾੜਦੇ ਹੈ ਨਾ ਜੀ, ਕਿਉਂਕਿ ਉਹਨਾਂ ਦੇ ਤਾਂ ਕਈ ਸਟੇਟਸ ਨੇ ਬੈਨ ਹੀ ਕਰਤਾ, ਟਰੱਕ ਨਹੀਂ ਵੜੂਗਾ ਜੀ। ਹੁਣ ਜਿਹਦੇ ਕੋਲੇ ਵਿਚਾਰੇ ਕੋਲੇ 10 ਸਾਲ ਪੁਰਾਣਾ ਟਰੱਕ ਹੈ, ਜਿਹੜਾ ਉਹ 'ਚੋਂ ਰੋਟੀ ਖਾਂਦਾ ਹੈ, ਉਹ ਕਿੱਧਰ ਜਾਵੇ? ਫਿਰ ਉਹ ਝੂਠ ਸੱਚ ਕਰਨਾ ਪੈਂਦਾ। ਉਦੋਂ ਚੰਗਾ ਆਹ ਲਾ ਲਓ, ਇਹਦਾ ਕੋਈ ਇੰਨਾ ਖਰਚਾ ਵੀ ਹੈ ਨਹੀਂ, ਇਟਸ ਨਾਟ ਵੈਰੀ ਐਕਸਪੈਂਸਿਵ। ਇੰਜਨ ਦਾ ਜਿਹੜਾ ਐਗਜ਼ੌਸਟ ਦੀ ਸਪੀਡ ਹੈ, ਉਹਦੇ ਨਾਲ ਹੀ ਅਸੀਂ ਪਾਰਟੀਕਲ ਅੱਡ ਕਰ ਲਈਦਾ, ਠੀਕ ਹੈ, ਆਵਾਜ਼ ਵੀ ਖਤਮ ਕਰ ਦਈਦੀ ਹੈ। 2005 ਦੀ ਗੱਡੀ ਹੈ ਜੀ, ਇਹਨੂੰ ਤੁਸੀਂ ਜਿੰਨਾ ਮਰਜ਼ੀ ਚਮਕਾ ਲਓ, ਭਾਵੇਂ ਸਾਡੇ ਵਰਗੇ ਐਕਸਪਰਟਸ ਦੇ ਹੱਥ 'ਚ ਛੱਡੀ ਹੋਈ ਹੈ ਗੱਡੀ, ਫੇਰ ਵੀ ਧੂੰਆਂ ਤਾਂ ਮਾਰੂਗੀ। ਉਹ ਇੰਨੀ ਪੁਰਾਣੀ ਗੱਡੀ ਹੈ, ਇਹ ਘੱਟੋ ਘੱਟ ਨਹੀਂ ਤਾਂ 4 ਲੱਖ ਕਿਲੋਮੀਟਰ ਚੱਲ ਗਈ ਹੈ, ਤਾਂ ਧੂੰਆਂ ਤਾਂ ਮਾਰੂਗੀ ਮਾੜਾ ਮੋਟਾ। ਹੁਣ ਜੇ ਅਸੀਂ ਖੋਲ ਦਈਏ ਇੱਥੇ, ਮਾੜਾ ਮੋਟਾ ਧੂੰਆਂ ਮਾਰੂਗੀ, ਪਰ ਉੱਤੇ ਧੂੰਆਂ ਜਮਾ ਨਹੀਂ ਮਾਰਦੀ, ਉਹਦਾ ਨਹੀਂ ਧੂੰਆਂ ਮਾਰਦੀ। ਜਿਹੜਾ ਸਾਡਾ ਜੇ ਸਾਇਲੈਂਸਰ ਲੱਗ ਗਿਆ ਫੇਰ ਨਹੀਂ ਧੂੰਆਂ ਮਾਰਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਔਨਰ ਤੇ ਮੈਂ ਗੁਰਪ੍ਰੀਤ ਤੁਹਾਡਾ ਸਵਾਗਤ ਕਰਦਾ। ਜੇਕਰ ਗੱਲ ਕੀਤੀ ਜਾਵੇ ਅੱਜ ਕੱਲ੍ਹ ਦੀ ਮਹਿੰਗਾਈ ਦੀ ਗੱਲ ਕੀਤੀ ਜਾਵੇ ਤਾਂ ਮਹਿੰਗਾਈ ਦਿਨ ਪਰ ਦਿਨ ਵੱਧਦੀ ਜਾ ਰਹੀ ਹੈ। ਜੇਕਰ ਆਪਣੀ ਗੱਡੀਆਂ ਦੀ ਗੱਲ ਕੀਤੀ ਜਾਵੇ, ਗੱਡੀ ਦੇ ਪੈਟਰੋਲ ਦੀ ਗੱਲ ਕੀਤੀ, ਡੀਜ਼ਲ ਦੀ ਗੱਲ ਕੀਤੀ, ਜੋ ਕਿ ਅੱਜ ਕੱਲ੍ਹ ਆਸਮਾਨ ਨੂੰ ਛੂੰਹਦੇ ਜਾ ਰਹੇ ਨੇ, ਤੇ ਇਸ ਨੂੰ ਲੈ ਕੇ ਤੁਹਾਡੀ ਅੱਜ ਇੱਕ ਵੀਡੀਓ ਸਾਹਮਣੇ ਲੈ ਕੇ ਆਏ, ਜਿਸ ਦੀ ਤੁਹਾਨੂੰ ਗੱਡੀ ਦਿਖਾਵਾਂਗੇ। ਇੱਕ ਗੱਡੀ ਦਾ ਤੁਹਾਨੂੰ ਇੰਜਨ ਵੀ ਦਿਖਾਵਾਂਗੇ, ਨਾਲ ਇੱਕ ਜੁਗਾੜ ਕਹਿੰਦੇ ਜੀ, ਪੰਜਾਬੀ ਜੁਗਾੜੀ ਹੁੰਦੀ ਹੈ, ਜੁਗਾੜ ਮੈਂਟਲ ਤਗੜਾ ਲਗਾਇਆ ਵਾ, ਜਿਹਦੇ ਨਾਲ ਤੇਲ ਦੀ ਐਵਰੇਜ ਦੀ ਗੱਲ ਕੀਤੀ ਜਾਵੇ ਬਹੁਤ ਵਧੀਆ ਦਿੰਦੀ ਹੈ, ਤੇ ਹੋਰ ਵੀ ਚੀਜ਼ਾਂ ਉਹਦੇ ਵਿੱਚ ਬੜੀ ਅਹਿਮੀਅਤ ਰੱਖਦੀਆਂ। ਉਹਦੇ ਵਿੱਚ ਕੀ ਫੀਚਰਸ ਨੇ, ਗੱਲਬਾਤ ਕਰਾਂਗੇ ਸਾਡੇ ਨਾਲ। ਉਹਨਾਂ ਦੇ ਗੱਡੀ ਦੇ ਮਾਲਕ ਵੀ ਨੇ, ਨਾਲ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਿਰ ਗੱਡੀ ਦਾ ਜੋ ਕਿ ਚੇਂਜਸ ਕੀਤੇ ਗਏ ਨੇ। ਤੁਸੀਂ ਤਸਵੀਰਾਂ ਇੱਕ ਵਾਰੀ ਗੱਡੀ ਦੀਆਂ ਦੇਖ ਲਓ ਪਹਿਲਾਂ, ਕਿ ਆਖਿਰ ਕਿਹੜੇ ਚੇਂਜਸ ਕੀਤੇ ਗਏ ਨੇ ਗੱਡੀ ਦੇ ਵਿੱਚ, ਇਹ ਲਗਾਇਆ ਗਿਆ ਜੋ ਰੋਲਾ। ਸੋ ਗੱਡੀ ਤੁਹਾਨੂੰ ਇੱਕ ਵਾਰੀ ਦਿਖਾ ਦਿੱਤੀ ਸਾਡੇ ਨਾਲ, ਉਹਦੇ ਗੱਡੀ ਦੇ ਮਾਲਕ ਵੀ ਸਾਡੇ ਨਾਲ ਮੌਜੂਦ ਆ, ਜਿਨ੍ਹਾਂ ਵੱਲੋਂ ਤਿਆਰ ਕੀਤੀ ਗਈ ਹੈ। ਦੇਸ਼ ਜੀ ਤੇ ਟਵਾਣਾ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਔਨ ਤੇ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ। ਸਰ ਪਹਿਲਾਂ ਤਾਂ ਗੱਲ ਕਰ ਲਈ, ਗੱਡੀ ਦੀ ਗੱਲ ਕਰ ਲਈ, ਸਫਾਰੀ ਗੱਡੀ ਆ। ਇਹ ਜਿਹੜਾ ਜਗਾੜਮੈਂਟ ਲਗਾਇਆ, ਆਪਾਂ ਕਹਿੰਦੇ ਪੰਜਾਬੀ 'ਚ ਜਗਾੜੀ ਹੁੰਦੇ ਨੇ, ਉਹ ਲਗਾਇਆ ਗਿਆ ਆ। ਕੀ ਲਗਾਇਆ ਗਿਆ ਇਹ ਜਿਹੜਾ ਲੱਗਿਆ ਇਹਦੇ ਉੱਤੇ, ਇਹਦੇ ਕੰਮ ਇਹ ਹੈ ਕਿ ਇੰਜਨ ਦਾ ਜਿਹੜਾ ਕਚਰਾ ਹੈ, ਪਾਰਟੀਕਲ, ਕਾਲਾ ਸੂਟ, ਛੋਟੇ ਛੋਟੇ ਪਾਰਟੀਕਲ ਜਿਹੜੇ ਸਾਹ 'ਚ ਫਸਦੇ ਨੇ, ਉਹਨਾਂ ਨੂੰ ਇਹ ਕੱਢ ਲਵੇ ਬਿਨਾਂ ਕੋਈ ਰੁਕਾਵਟ ਪਾਏ। ਨਹੀਂ ਤਾਂ ਕੀ ਕਰ ਰਹੇ ਅੱਜ ਕੱਲ੍ਹ ਇੰਡਸਟਰੀ 'ਚ ਲੋਕੀ, ਉਹ ਕਹਿੰਦੇ ਜੀ ਇਹ ਪਾਰਟੀਕੂਲੇਟ ਜ਼ਿਆਦਾ ਆ ਰਿਹਾ, ਇਹਦਾ ਕਾਰਬਨ ਜ਼ਿਆਦਾ ਆ ਰਿਹਾ, ਇਹਨੂੰ ਘਟਾਓ। ਉਹ ਕੀ ਕਰਦੇ, ਐਗਜ਼ੌਸਟ ਦੇ ਉੱਤੇ ਹੀ ਫਿਲਟਰ ਲਾ ਦਿੰਦੇ, ਜਿਵੇਂ ਅਸੀਂ ਮਾਸਕ ਪਾਉਂਦੇ ਹਾਂ। ਹੁਣ ਉਹ ਰੁਕਾਵਟ ਕਰਦਾ, ਜਿਵੇਂ ਮਾਸਕ ਰੁਕਾਵਟ ਕਰਦਾ, ਉਹ ਫਿਲਟਰ ਰੁਕਾਵਟ ਕਰਦਾ। ਫਿਲਟਰ ਰੁਕਾਵਟ ਕਰਦਾ ਤੇ ਇੰਜਨ ਹੋਰ ਜ਼ੋਰ ਲੈਂਦਾ, ਹੋਰ ਤੇਲ ਖਾਂਦਾ, ਪਾਵਰ ਉਹਦੀ ਘਟਦੀ ਹੈ, ਫਿਰ ਜਿਹੜਾ ਫਿਲਟਰ ਹੈ ਉਹ ਚੋਕ ਹੋ ਜਾਂਦਾ ਕਾਰਬਨ ਦੇ ਨਾਲ, ਫਿਰ ਉਹਨੂੰ ਉੱਥੇ ਹੀ ਸਾੜਦੇ। ਕੋਈ ਬਾਹਰ ਨਹੀਂ ਕੱਢਣਾ, ਉੱਥੇ ਹੀ ਸੜ ਜਾਂਦਾ, ਉਹ ਤੇਲ ਤੂਲ ਪਾ ਕੇ ਸਾੜਦੇ। ਜਦੋਂ ਸਾੜਦੇ, ਉਹ ਹੋਰ ਵੀ ਛੋਟੇ ਕਣ ਕਾਰਬਨ ਦੇ ਬਾਹਰ ਨਿਕਲਦੇ, ਜਿਹੜੇ ਕਿ ਐਕਚੁਅਲੀ ਮੋਰ ਡੇਂਜਰਸ ਹੈ। ਵੱਡੇ ਕਣ ਤਾਂ ਇੱਥੇ ਫਸ ਜਾਂਦੇ ਹੈ ਨਾ, ਛੋਟੇ ਸਾਡੇ ਖੂਨ ਦੇ ਅੰਦਰ ਤੱਕ ਚਲੇ ਜਾਂਦੇ। ਸੋ ਅਸੀਂ ਕੀ ਕੀਤਾ, ਅਸੀਂ ਫਿਲਟਰ ਤੋਂ ਹਟ ਕੇ ਇਹ ਟੈਕਨੋਲੋਜੀ ਬਣਾਈ ਹੈ,
ਤੇ ਇਸ ਟੈਕਨੋਲੋਜੀ ਦੀ ਖਾਸੀਅਤ ਇਹ ਹੈ ਕਿ ਇੰਜਨ ਦਾ ਜਿਹੜਾ ਐਗਜ਼ੌਸਟ ਦੀ ਸਪੀਡ ਹੈ ਉਹਦੇ ਨਾਲ ਹੀ ਅਸੀਂ ਪਾਰਟੀਕਲ ਅੱਡ ਕਰ ਲਈਦਾ, ਠੀਕ ਹੈ। ਆਵਾਜ਼ ਵੀ ਖਤਮ ਕਰ ਦਈਦੀ ਹੈ, ਸੋ ਸਾਨੂੰ ਮਫਲਰ ਦੀ ਵੀ ਜ਼ਰੂਰਤ ਨਹੀਂ। ਇਹ ਵੀ ਤੁਹਾਨੂੰ ਮੈਂ ਮਫਲਰ ਦਾ ਵੀ ਦੱਸਦਾ। ਅਤੇ ਉਸ ਕਰਕੇ ਇੰਜਨ ਨੂੰ ਜ਼ੋਰ ਘੱਟ ਲਾਉਣਾ ਪੈਂਦਾ। ਜਦ ਇੰਜਨ ਜ਼ੋਰ ਘੱਟ ਲਾਉਂਦਾ ਉਹਦੀ ਤੇਲ ਦੀ ਖਪਤ ਘੱਟ ਜਾਂਦੀ, ਸਾਡੀ ਐਵਰੇਜ ਵੱਧ ਜਾਂਦੀ। ਸੋ ਐਕਚੁਅਲੀ ਇਹ ਪਹਿਲੀ ਦਫਾ ਹੈ ਇੰਡਸਟਰੀ 'ਚ ਕਿ ਇੱਕ ਇਨਵਾਇਰਨਮੈਂਟ ਕੰਪਲਾਇੰਟ ਜਿਹਨੂੰ ਕਹਿੰਦੇ ਬਈ ਹੈ, ਉਹ ਚੀਜ਼ ਤੁਹਾਨੂੰ ਮਿਲ ਰਹੀ ਵਿਦ ਮਨੀ ਸੇਵਿੰਗ। ਨਹੀਂ ਤਾਂ ਕੀ ਹੈ, ਮੈਂ ਕਹੂੰਗਾ ਗੁਰਪ੍ਰੀਤ ਜੀ ਤੁਹਾਨੂੰ ਮੈਂ ਮੋਟਰਸਾਈਕਲ ਦੇ ਰਿਹਾ ਭਾਰਤ ਸਟੇਜ 6, ਇਹਦੇ 1.5 ਲੱਖ ਮੈਂ ਤੁਹਾਡੇ ਤੋਂ ਜ਼ਿਆਦਾ ਲਵਾਂਗਾ ਅਤੇ ਤੁਹਾਡੀ ਤੇਲ ਦੀ ਖਪਤ ਵੀ ਜ਼ਿਆਦਾ ਹੋਏਗੀ। ਇਸ ਕੇਸ ਵਿੱਚ ਕਾਸਟ 'ਚ ਕੋਈ ਫਰਕ ਨਹੀਂ ਪੈਣ ਵਾਲਾ ਅਤੇ ਤੁਹਾਡੀ ਤੇਲ ਦੀ ਖਪਤ ਦਾ ਇੰਪਰੂਵਮੈਂਟ ਹੋ ਜਾਏਗੀ, ਤਾਂ ਮਨੀ ਸੇਵਿੰਗ ਹੋ ਜਾਏਗੀ। ਤੇਲ ਦੀ ਗੱਲ ਕੀਤੀ ਜਾਵੇ, ਤੇਲ ਮਹਿੰਗਾਈ ਬਹੁਤ ਆ ਅੱਜ ਦੇ ਜ਼ਮਾਨੇ ਦੇ ਵਿੱਚ, ਅਤੇ ਡੀਜ਼ਲ ਦੀ ਵੀ ਗੱਲ, ਪੈਟਰੋਲ ਦੀ ਵੀ ਵੱਧ ਜਾ ਰਹੇ ਰੇਟ, ਹੈ ਨਾ। ਲੋਕ ਗੱਡੀਆਂ ਚੱਕਣ ਤੋਂ ਡਰਦੇ ਨੇ ਅੱਜ ਕੱਲ੍ਹ, ਕਿਉਂਕਿ ਤੇਲ ਬਹੁਤ ਜ਼ਿਆਦਾ ਮਹਿੰਗਾ ਹੋ ਚੁੱਕਿਆ ਆ, ਅਤੇ 2 ਵੀਲਰ ਜ਼ਿਆਦਾ ਚੱਕਦੇ ਨੇ। ਅਤੇ ਤੁਸੀਂ ਗੱਡੀ ਦੀ ਗੱਲ ਕੀਤੀ ਵੀ ਇਹ ਤੇਲ ਬਹੁਤ ਘੱਟ ਖਾਂਦੀ ਆ, ਸੋ ਪਹਿਲਾਂ ਇਹਦੀ ਐਵਰੇਜ ਵੀ ਆਪਾਂ ਪਤਾ ਕਰਾਂਗੇ ਕਿੰਨੀ ਕੁ ਐਵਰੇਜ ਦੇ ਦਿੰਦੀ ਇਹ। ਦੇਖੋ ਜੀ, ਇਹਦੇ 'ਚ ਦੋਨੋਂ ਸਿਸਟਮ ਹੈਗੇ। ਇੱਕ ਤਾਂ ਆਹ ਵਾਲਾ ਸਿਸਟਮ ਹੈ, ਠੀਕ ਹੈ। ਇੱਕ ਆਰਡੀਨਰੀ ਜਿਹੜਾ ਉਹ ਮੈਨੂਫੈਕਚਰ ਤੋਂ ਲੱਗ ਕੇ ਆਉਂਦਾ ਉਹ ਸਿਸਟਮ ਹੈ, ਉਹ ਨਹੀਂ OEM ਕਹਿੰਦੇ, ਓਰੀਜਨਲ ਇਕਵਿਪਮੈਂਟ ਮੈਨੂਫੈਕਚਰ, ਠੀਕ ਹੈ। ਦੋਨੋਂ OEM ਮਫਲਰ ਵੀ ਹੈ ਅਤੇ ਸਾਡਾ CAF ਵੀ ਹੈਗਾ। ਹੁਣ ਜਦ ਇਹਦੀ ਟੈਸਟ ਕੀਤਾ ਗਿਆ, ਇੱਕ ਆਰਗੇਨਾਈਜੇਸ਼ਨ ਹੈ AVL, ਬੜੀ ਫੇਮਸ ਆਰਗੇਨਾਈਜੇਸ਼ਨ ਵਰਲਡ ਵਾਈਡ, ਉੱਥੇ ਇਸ ਗੱਡੀ ਦਾ ਜਿਵੇਂ ਕਹਿੰਦੇ ਨਾ ਐਪਲ ਟੂ ਐਪਲ ਕੰਪੈਰੀਜ਼ਨ, ਸੇਮ ਗੱਡੀ, ਸੇਮ ਡਿਸਟੈਂਸ ਰਨਿੰਗ, ਸੇਮ ਸਭ ਕੁਛ, ਓਕੇ। ਅਤੇ ਇੱਕ ਵਾਰੀ ਉਹਦੇ ਉੱਤੇ ਅਤੇ ਇੱਕ ਵਾਰੀ ਉਹਦੇ ਉੱਤੇ, ਅਤੇ ਤੁਸੀਂ ਸਮਝ ਲਓ ਕਿ 25% ਤੋਂ ਜ਼ਿਆਦਾ ਫਿਊਲ ਸੇਵਿੰਗ ਹੋ ਗਈ। ਉਹ ਵੀ ਹੈਰਾਨ ਸੀਗੇ ਕਿਉਂਕਿ ਫਿਊਲ ਸੇਵਿੰਗ ਇੱਦਾਂ ਹੁੰਦੀ ਨਹੀਂ। ਜੇ ਇੰਡਸਟਰੀ ਕਹੇ ਕਿ ਮੈਂ 5% ਫਿਊਲ ਸੇਵ ਕਰਨਾ ਕਿਸੇ ਗੱਡੀ ਦਾ, ਉਹਨਾਂ ਦਾ ਨਾ ਬਹੁਤ ਜ਼ੋਰ ਲੱਗ ਜਾਂਦਾ, ਬਹੁਤ ਪੈਸੇ ਲੱਗਦੇ ਨੇ ਟੂ। ਵੇਅਰਐਜ਼ ਵਿਦ ਦਿਸ ਵਿਚ ਇਜ਼ ਵੈਰੀ ਸਿੰਪਲ ਕਿ ਜੇ ਮੈਂ ਤੁਹਾਨੂੰ ਕਹਾਂ ਤੂੰ ਉਹ ਦੇਖੋ ਅੱਗੇ ਸੜਕ ਹੈਗੀ ਉੱਥੇ, ਉਹ 500 ਮੀਟਰ 'ਤੇ ਹੈ, ਮੈਂ ਕਹਾਂ ਕਿ ਗੁਰਪ੍ਰੀਤ ਇੱਥੋਂ ਭੱਜ ਉੱਥੇ ਤੱਕ ਆਮ ਸਪੀਡ ਦੇ ਉੱਤੇ, ਠੀਕ, ਉੱਥੇ ਬੈਠ ਪਾਣੀ ਪੂਣੀ ਪੀ ਲੈ, ਹੁਣ ਮਾਸਕ ਬਣ ਲੈ 2, ਹੁਣ ਭੱਜ। ਅਤੇ ਜਿੱਥੇ ਤੇਰੀ ਸਿਹਤ ਨੂੰ ਤਕਲੀਫ ਆਏ ਉੱਥੇ ਰੁਕ ਜਾਈਂ। ਜਿਹੜੀ ਬਾਕੀ ਡਿਸਟੈਂਸ ਬਚ ਗਿਆ ਨਾ, ਉਹ ਫਿਊਲ ਸੇਵਿੰਗ ਹੈ। ਸੋ ਉਹੀ ਇਹ ਗੱਲ ਇਸ ਗੱਡੀ ਨਾਲ ਹੋ ਰਹੀ ਹੈ। ਅਸੀਂ ਉਹਦੀ ਸਾਹ ਲੈਣ ਦੀ ਰਸਤੇ ਦੀ ਰੁਕਾਵਟ ਹੈ ਜਿਹੜੀ, ਉਹ ਹਟਾਤੀ, ਕੰਮ ਉਹਦੇ ਤੋਂ ਕਰਾ ਲਿਆ, ਆਵਾਜ਼ ਵੀ ਘਟਾਤੀ, ਅਤੇ ਜਿਹੜੀ ਪਾਰਟੀਕਲ ਹੈ ਉਹ ਵੀ ਸੈਪਰੇਟ ਕਰਾ ਲਿਆ। ਬਿਲਕੁਲ। ਸੋ ਦਿਸ ਇਜ਼ ਦੀ ਅਚੀਵਮੈਂਟ, ਐਂਡ ਇਸ ਕਰਕੇ ਸਾਨੂੰ ਨੈਸ਼ਨਲ ਅਵਾਰਡ ਵੀ ਮਿਲਿਆ। ਓਕੇ। ਤੇ ਸਰ ਆਪ ਇਨਕਾ ਫੋਨ ਬੰਦ ਕਰ ਦਿਓ। ਇੰਟਰਨੈਸ਼ਨਲ ਲੈਵਲ 'ਤੇ ਵੀ ਅਸੀਂ ਗਏ, ਇੰਟਰਨੈਸ਼ਨਲ ਲੈਵਲ 'ਤੇ ਸਾਡੀ ਉੱਥੇ ਸਿਲੈਕਸ਼ਨ ਹੋਈ, ਫਾਈਨਲਿਸਟ ਅਸੀਂ ਬਣੇ ਲਾਸ ਐਂਜਲਸ। ਸੋ 2019 'ਚ ਨਹੀਂ, ਹਾਂ 2019 ਸੋ ਗੱਲਬਾਤ ਹੋਈ, ਅਤੇ ਹੁਣ ਟੈਸਟਿੰਗ ਵੀ ਆ ਗਈ ਕਿ ਟੈਸਟਿੰਗ ਨਾਲ ਹੁਣ ਫਿਰ ਇਹਦੇ 'ਤੇ ਲੋਕਾਂ ਨੇ, ਕੋਈ ਬਿਜ਼ਨਸ ਵਾਲੇ ਅੱਗੇ ਵੀ ਆਏ ਕਿ ਬਈ ਅਸੀਂ ਤੁਹਾਨੂੰ ਸਪੋਰਟ ਕਰਦੇ ਹਾਂ, ਇਸ ਗੱਲ ਨੂੰ ਅੱਗੇ ਵਧਾਓ। ਸੋ ਦੈਟ ਇਜ਼ ਆਵਰ ਪ੍ਰੈਜ਼ੈਂਟ ਸਟੇਟ। ਸੋ ਟਵਾਣਾ ਜੀ, ਗੱਲ ਕੀਤੀ ਜਾਵੇ ਆਈਡੀਆ ਕਿੱਥੋਂ ਆਇਆ ਸੀ ਇਹ ਚੀਜ਼ ਦਾ, ਕਿਉਂਕਿ ਬਹੁਤ ਟਾਈਮ ਲੱਗ ਜਾਂਦਾ ਚੀਜ਼ਾਂ ਬਣਾਉਣ ਨੂੰ। ਸੋ ਆਈਡੀਆ ਕਿਵੇਂ ਆਇਆ ਤਾਂ ਤੁਹਾਡੇ ਮਨ ਦੇ ਵਿੱਚ ਵੀ ਇਹ ਚੀਜ਼ ਆਪਾਂ ਬਣਾਈਏ, ਲੋਕਾਂ ਤੱਕ ਲੈ ਕੇ ਜਾਈਏ ਚੀਜ਼ਾਂ? ਇਹ ਐਕਚੁਅਲੀ ਜੀ ਆਈਡੀਆ ਸੀ ਆਦੇਸ਼ ਸਿੰਘ ਨੂੰ ਆਇਆ ਸੀ, ਔਰ ਇਹ ਸਾਨੂੰ ਇਸ ਚੀਜ਼ 'ਤੇ ਕੰਮ ਕਰਦਿਆਂ ਕਰੀਬ 10-12 ਸਾਲ ਹੋ ਗਏ ਆ। ਆਈਡੀਆ ਇਹਨਾਂ ਨੂੰ ਬੜੇ ਸਿੰਪਲ ਜੀ ਗੱਲ 'ਤੇ ਆਇਆ ਸੀਗਾ, ਬੱਚੇ ਨੂੰ ਮੋਟਰਸਾਈਕਲ 'ਤੇ ਸਕੂਲ ਛੱਡਣ ਜਾ ਰਹੇ, ਛੋਟਾ ਬੱਚਾ ਸੀ ਉਦੋਂ, ਲਾਈਟਾਂ 'ਤੇ ਰੁਕੇ ਹੈ, ਅੱਗੋਂ ਇੱਕ ਆਟੋ ਵਾਲਾ ਸੀਗਾ, ਉਹ ਧੂੰਆਂ ਮਾਰੀ ਜਾਂਦਾ ਸੀ, ਇਹ ਜਮਾਂ ਉਹਦੇ ਪਿੱਛੇ ਖੜ੍ਹੇ ਸੀ ਅਤੇ ਬੱਸ ਕਰਾਤੀ ਉਹਨੇ। ਉੱਥੋਂ ਇਹਨਾਂ ਦਾ ਦਿਮਾਗ ਸਪਾਰਕ ਕੀਤਾ ਕਿ ਯਾਰ ਆਹ ਤਾਂ ਪੋਲਿਊਸ਼ਨ ਦਾ ਤਾਂ ਕੁਝ ਕਰਨਾ ਪਊਗਾ। ਸੋ ਆਪਾਂ ਡੈਂਸਿਟੀ ਦੀ ਗੱਲ ਕਰਦੇ ਸੀਗੇ ਵੀ ਗੈਸਿਸ 'ਚ ਬੇਸਿਕਲੀ ਸੈਪਰੇਸ਼ਨ ਹੁੰਦੀ ਹੈ ਸੈਂਟਰੀਫਿਊਜ ਨਾਲ, ਜੇ ਡੈਂਸਿਟੀ ਦਾ ਫਰਕ ਹੋਵੇ, ਜਿਵੇਂ ਕਿ ਆਪਾਂ ਫਾਰਮ ਇਕੁਇਪਮੈਂਟ 'ਚ ਵੀ ਐਂ ਕਰਦੇ ਹਾਂ। ਫਾਰਮ ਇਕੁਇਪਮੈਂਟ ਤੇ ਇਹਦੇ 'ਚ ਫਰਕ ਇਹ ਹੈ ਕਿ ਉੱਥੇ ਸੈਪਰੇਸ਼ਨ ਤਾਂ ਕਰ ਲੈਂਦੇ ਆ, ਸੈਪਰੇਟਿੰਗ ਆਫ ਡੈਂਸਿਟੀ ਦਾ, ਲੇਕਿਨ ਜਦੋਂ ਕਲੈਕਸ਼ਨ ਕਰਦੇ ਆ ਉਹ 1G 'ਤੇ ਕਰਦੇ ਆ, ਗ੍ਰੈਵਿਟੀ ਤੇ ਬੇਸ 'ਤੇ ਕਰਦੇ ਆ। ਅਸੀਂ ਸੈਪਰੇਸ਼ਨ ਤੋਂ ਬਾਅਦ ਜਿਹੜੀ ਇਹਦੀ ਕਲੈਕਸ਼ਨ ਹੈ
ਉਹ ਵੀ ਮਲਟੀਪਲ ਜੀ ਤੇ ਕਰਦੇ ਆ। ਜਿਹਦਾ ਮਤਲਬ ਇਹ ਹੈ ਵੀ ਜਿਹੜੀਆਂ ਚੀਜ਼ਾਂ ਇੱਕ ਵਾਰੀ ਅੱਡ ਹੋ ਗਈਆਂ ਉਹ ਫਿਰ ਵਾਪਸ ਨਹੀਂ ਮਿਲਦੀਆਂ, ਉਹਨਾਂ ਨੂੰ ਫਿਰ ਅਸੀਂ ਅਲੱਗ-ਅਲੱਗ ਜਗ੍ਹਾ ਤੇ ਸੈਪਰੇਟ ਕਰ ਲੈਂਦੇ ਆ। ਅਲੱਗ-ਅਲੱਗ ਜਗ੍ਹਾ ਤੇ ਜੋ ਸੈਪਰੇਟ ਕਰ ਲਿਆ ਤੇ ਨਾਲੇ ਆਫਲਾਈਨ ਸੈਪਰੇਟ ਕਰਦੇ ਆ, ਮਤਲਬ ਵੀ ਇਨ ਦੀ ਫਲੋ ਆਫ ਗੈਸ ਨਹੀਂ ਕਰਦੇ ਤਾਂ ਕਿ ਇੰਜਨ ਤੇ ਪ੍ਰੈਸ਼ਰ ਨਾ ਪਵੇ। ਉਹਨੂੰ ਅਸੀਂ ਪੈਰਲਲੀ ਡਾਇਰੈਕਟ ਕਰਕੇ ਉੱਥੇ ਸੈਪਰੇਸ਼ਨ ਕਰਕੇ ਉੱਥੇ ਉਹਨੂੰ ਅਸੀਂ ਕਲੈਕਸ਼ਨ ਕਰਕੇ ਉੱਥੋਂ ਫਿਰ ਅਸੀਂ ਡਿਸਪੋਜ਼ ਕਰ ਸਕਦੇ ਹਾਂ। ਸੋ ਜਿਹੜਾ ਤੁਹਾਡੀ ਟੇਲ ਪਾਈਪ 'ਚੋਂ ਧੂੰਆਂ ਨਿਕਲਦਾ ਉਹ ਬਾਏ ਐਂਡ ਲਾਰਜ ਕਈ ਵਾਰੀ ਇਹਦੇ 'ਚ ਰੀਸਰਕੂਲੇਟ ਹੋ ਕੇ ਜਿੰਨਾ ਕਲੀਨ ਹੋ ਸਕਦਾ ਉਨਾ ਕਲੀਨ ਹੋ ਕੇ ਤਾਂ ਫਿਰ ਇਹ ਨਿਕਲਦਾ। ਆਹ ਜਿਹੜਾ ਤੁਸੀਂ ਜਿਹਨੂੰ ਆਪਾਂ ਜੁਗਾੜ ਕਹਿੰਦੇ ਆ, ਇਹ ਜਿਹੜਾ ਦੇਖਿਆ ਇਹ ਸਾਡੀ 10-12 ਸਾਲ ਦੀ ਮਿਹਨਤ ਹੈ। ਇਹਦੇ 'ਚ ਅਸੀਂ ਬੇਸਿਕਲੀ ਵੈਲੋਸਿਟੀਜ਼ ਐਕਸਲਰੇਟ ਕਰਦੇ ਹਾਂ, ਉਸ ਤੋਂ ਬਾਅਦ ਅਸੀਂ ਸੈਪਰੇਸ਼ਨ ਕਰਦੇ ਹਾਂ। ਫਿਰ ਜਿਹੜੀ ਸੈਪਰੇਟਡ ਮਟੀਰੀਅਲ ਉਹਨੂੰ ਅਸੀਂ ਅਲੱਗ-ਅਲੱਗ ਕਰਕੇ, ਜਿਵੇਂ ਕਿ ਤੁਸੀਂ ਆਪਣਾ ਸਰਵਿਸਿੰਗ ਕਰਾਉਂਦੇ ਹੋ ਗੱਡੀਆਂ ਦੀ, 에ਅਰ ਫਿਲਟਰ ਵਗੈਰਾ ਜਾਂ ਇੰਜਨ ਆਇਲ ਵਗੈਰਾ ਚੇਂਜ ਕਰਾਉਂਦੇ ਹੋ, ਉਸ ਟਾਈਮ 'ਤੇ ਤੁਸੀਂ ਇਹਨੂੰ ਵੀ ਸਰਵਿਸ ਕਰਾਉਣਾ। ਇਹਦੇ ਵੀ ਜਿਹੜੇ ਅੰਦਰਲੀ ਚੀਜ਼ਾਂ ਜਿਹੜੀਆਂ ਨੇ ਇੰਟਰੈਪ ਕੀਤਾ ਮਟੀਰੀਅਲ ਉਹਨਾਂ ਨੂੰ ਤੁਸੀਂ ਭਾਵੇਂ ਰੀਵਾਸ਼ ਕਰ ਲੈਣਾ, ਸਰਕੂਲੇਟ ਕਰ ਸਕਦੇ ਹੋ, ਭਾਵੇਂ ਨਵੀਆਂ ਪਵਾ ਲਓ। ਦੂਸਰੀ ਐਡਵਾਂਟੇਜ ਇਹ ਹੈ ਵੀ ਜਿਹੜੀ ਚੀਜ਼ ਤੁਸੀਂ ਉਹਨੂੰ ਇੰਟਰੈਪ ਕੀਤੀ ਹੈ that is a byproduct for ink as well as die making industry। ਤੁਸੀਂ ਉਹਨੂੰ ਕੱਢ ਲਓ, ਉਹ ਆਮ ਹੀ ਵਿਕੀ ਜਾਂਦੀ ਹੈ। ਕੈਲਕਟਾ 'ਚ ਕਿਸੇ ਨੇ ਬਹੁਤ ਵਧੀਆ ਰਿਸਰਚ ਕਰਕੇ ਔਰ ਉਹਨੇ ਪਲਾਂਟ ਲਾਇਆ ਇੱਕ, ਉਹ ਸਾਰੀ ਦੁਨੀਆ ਤੋਂ ਇਕੱਠਾ ਕਰਕੇ ਬਲੈਕ ਇੰਕ ਤੇ ਡਾਈਜ਼ ਬਣਾਉਂਦਾ ਹੈ। ਤੁਹਾਨੂੰ ਆ ਮਿਲੀ ਜਾਂਦੀ ਹੈ ਜਿੰਨੀ ਵਾਰੀ ਤੁਸੀਂ ਵਰਕਸ਼ਾਪ ਤੇ ਜਾਣਾ। ਅਲਟੀਮੇਟਲੀ ਜਦੋਂ ਇਹ ਇਨਫਰਾਸਟ੍ਰਕਚਰ ਈਕੋਸਿਸਟਮ ਸੈਟਅਪ ਹੋ ਗਿਆ ਉਦੋਂ ਅਗਲੇ ਨੇ ਤੁਹਾਡੀ ਸਫਾਈ ਵੀ ਕਰਨੀ ਹੈ, ਅਗਲੇ ਤੁਹਾਨੂੰ ਪੈਸੇ ਵੀ ਦੇਣੇ ਹੈ। ਇਨ ਦਾ ਮੀਨ ਵਾਈਲ ਜਿਹੜਾ ਆਪਣਾ ਇਹ ਚੇਂਜ ਆਫ ਫਿਊਲ ਹੈ, ਘੱਟੋ ਘੱਟ ਇਸ ਵੇਲੇ AVL ਟੈਸਟਡ ਮੋਰ ਦੈਨ 20% ਐਫੀਸ਼ੀਐਂਸੀ ਇਨਕਰੀਜ਼ਡ ਹੈ ਪਰ ਲੀਟਰ। ਮੋਰ ਦੈਨ 20% ਮੀਨਸ ਜੇ 100 ਰੁਪਏ ਦਾ ਤੇਲ ਹੈ 20 ਰੁਪਏ ਤੁਹਾਡੇ ਬਚੀ ਜਾਂਦੇ ਆ ਪਰ ਲੀਟਰ ਦੈਟ ਯੂ ਯੂਜ਼। ਐਂਡ AVL ਜਿਹੜੀ ਜਿਹਨਾਂ ਭਾਜੀ ਨੇ ਜਦ ਦੱਸਿਆ AVL ਲੈਬੋਰਟਰੀ ਹੈ ਜਿਹੜੀ, ਉਹ ਵਰਲਡ ਵਾਈਡ 45 ਕੰਟਰੀਜ਼ 'ਚ AVL ਦੀ ਲੈਬਸ ਨੇ। ਦ ਬਿਗੇਸਟ ਪ੍ਰਾਈਵੇਟ ਰਿਸਰਚ ਇੰਸਟੀਚਿਊਟ ਹੈ AVL ਦਾ ਇਨ ਆਟੋਮੋਬਾਈਲ ਐਂਡ ਮਸ਼ੀਨ ਡਿਵੈਲਪਿੰਗ। ਮਰਸੀਡੀਜ਼, BMW ਸਾਰਿਆਂ ਦੇ ਇੰਜਨਸ ਉਹ ਬਣਾਉਂਦੇ ਨੇ। ਉਹਨਾਂ ਦੀ ਲੈਬੋਰਟਰੀ ਇੱਥੇ ਦਿੱਲੀ ਮਾਨੇਸਰ 'ਚ, ਗੁੜਗਾਉਂ 'ਚ, ਉੱਥੇ ਇਹਦੀ ਟੈਸਟਿੰਗ ਹੋਈ ਹੈ। ਕੰਪਨੀ ਕਲੇਮ ਕਰਦੀ ਹੈ ਨਵੀਂ ਗੱਡੀ ਸਫਾਰੀ 2.9 ਲੀਟਰ ਜਦੋਂ ਹੁੰਦੀ ਸੀ, ਇਹ 2.9 ਲੀਟਰ ਸਫਾਰੀ ਹੈ, ਹੁਣ ਤਾਂ ਬਣਦੀਆਂ ਨਹੀਂ। ਇਹ 2005 ਦਾ ਮਾਡਲ ਹੈ। ਇਸ ਵੇਲੇ ਇਹ ਭਾਰਤ ਸਟੇਜ 4 ਤੋਂ ਕਿਤੇ ਉੱਤੇ ਨੋਰਮਸ ਹੈ ਇਹਦੇ ਐਮਿਸ਼ਨ ਪੈਰਾਮੀਟਰਸ ਦੇ। ਦੇਰ ਇਜ਼ ਨੋ ਨੀਡ ਟੂ ਬੈਨ ਇਟ। ਬਾਈ ਦਿੱਲੀ 'ਚ ਇਹ ਚੱਲ ਨਹੀਂ ਸਕਦੀ। ਆਹ ਮਸ਼ੀਨ ਲਾ ਦਿਓ, ਉਹਨਾਂ ਨੂੰ ਕਹੋ ਜੀ ਤੁਸੀਂ ਚੈੱਕ ਕਰ ਲਓ ਨਾ, ਨਵੀਂ ਗੱਡੀ ਲਿਓ, ਇਹਨੂੰ ਚੈੱਕ ਕਰ ਲਓ, ਇਹ ਬੈਟਰ ਦਿੰਦੀ ਹੈ ਐਮਿਸ਼ਨ ਦੇ ਜਿਹੜੇ ਨੋਰਮਸ ਨੇ। ਸੋ ਵਾਈ ਬੈਨ ਇਟ। ਸੋ ਉੱਧਰੋਂ ਲੋਕਾਂ ਦਾ ਬੜਾ ਬਚਾਅ ਹੋ ਸਕਦਾ, ਕਿਉਂਕਿ ਅੱਜ ਤਾਂ ਸਾਰਿਆਂ ਨੂੰ ਗੱਡੀ ਸਕ੍ਰੈਪ ਕਰਕੇ ਨਵੀਂ ਲੈਣੀ ਪਊਗੀ, ਲੋੜ ਹੀ ਨਹੀਂ। ਟਰੱਕ ਵਾਲਿਆਂ ਨੂੰ ਤਾਂ ਬਹੁਤ ਫਰਕ ਪੈ ਜਾਊਗਾ, ਹੈ ਨਾ ਜੀ, ਕਿਉਂਕਿ ਉਹਨਾਂ ਦੇ ਤਾਂ ਕਈ ਸਟੇਟਸ ਨੇ ਬੈਨ ਹੀ ਕਰਤਾ, ਟਰੱਕ ਨਹੀਂ ਵੜੂਗਾ ਜੀ। ਹੁਣ ਜਿਹਦੇ ਕੋਲੇ ਵਿਚਾਰੇ ਕੋਲੇ 10 ਸਾਲ ਪੁਰਾਣਾ ਟਰੱਕ ਹੈ ਜਿਹੜਾ ਉਹ 'ਚ ਰੋਟੀ ਖਾਂਦਾ ਹੈ, ਉਹ ਕਿੱਧਰ ਜਾਵੇ? ਫਿਰ ਉਹ ਝੂਠ ਸੱਚ ਕਰਨਾ ਪੈਂਦਾ। ਉਦੋਂ ਚੰਗਾ ਆਹ ਲਾ ਲਓ, ਇਹਦਾ ਕੋਈ ਇੰਨਾ ਖਰਚਾ ਵੀ ਹੈ ਨਹੀਂ, ਇਟਸ ਨਾਟ ਵੈਰੀ ਐਕਸਪੈਂਸਿਵ। ਇਹ ਮੈਨੂੰ ਲੱਗਦਾ ਵੀ ਸਾਡੇ ਨਾਲ ਹੁਣ ਐਕਚੁਅਲੀ private organization from Chennai has come forward to hold hands with us and develop this to a commercial scale, and it's called Nakshatra Holdings, and those people are spending money to take it to that level of commercialization। ਕਿਉਂਕਿ ਸਾਡੇ ਤਾਂ ਪਿਛਲੇ 10 ਸਾਲ ਤੋਂ ਅਸੀਂ ਆਪਣੇ ਹੀ ਪੈਸੇ ਲਾਏ ਹੈ ਤੇ ਹੁਣ ਤਾਂ ਪੈਸੇ ਮੁੱਕ ਗਏ ਭਾਈ। ਹੁਣ ਉਹ ਆਰਗੇਨਾਈਜੇਸ਼ਨ ਆ ਗਈ, ਨਹੀਂ ਤਾਂ ਅਸੀਂ ਸੋਚਿਆ ਸੀ ਵੀ ਇਹਨੂੰ ਮੱਥਾ ਟੇਕ ਕੇ ਤੇ ਬੰਦ ਕਰ ਦਿਆ ਕਰੀਏ। ਪਰ ਹੁਣ ਕਿਉਂਕਿ ਉਹ ਆਰਗੇਨਾਈਜੇਸ਼ਨ ਸਾਡੇ ਨਾਲ ਆ ਗਈ, ਅਸੀਂ ਲੈਬੋਰਟਰੀ ਸੈਟਅਪ ਕਰ ਰਹੇ ਹਾਂ, ਅਸੀਂ ਇੱਕ ਵਰਕਸ਼ਾਪ ਸੈਟਅਪ ਕਰ ਰਹੇ ਹਾਂ। ਉਹਦੇ 'ਚ ਅਸੀਂ ਪਾਇਲਟ ਪ੍ਰੋਜੈਕਟਸ ਲਈ ਪ੍ਰੋਡਕਟਸ ਬਣਾ ਕੇ ਦੇਵਾਂਗੇ ਲੋਕਾਂ ਨੂੰ। ਉਹ ਨਕਸ਼ਤਰ ਵਾਲੇ ਹੀ ਮਾਰਕੀਟਿੰਗ ਕਰਨਗੇ ਉਹਦੀ। ਉਹ ਗਵਰਨਮੈਂਟ ਕੋਲ ਵੀ ਜਾਣਗੇ, ਉਹ ਸਾਰੀ ਜਗ੍ਹਾ ਜਾਣਗੇ, ਉਹ ਦਿਖਾਣਗੇ ਵੀ ਵਾਈ ਨਾਟ ਇੰਸਟਾਲ ਦਿਸ ਐਂਡ ਐਕਸਟੈਂਡ ਦੀ ਲਾਈਫ ਆਫ more than 10-year-old vehicles which are otherwise road worthy। ਉਹਦੇ ਤੱਕ ਕੋਈ ਪ੍ਰੋਬਲਮ ਹੋਣੀ ਨਹੀਂ ਚਾਹੀਦੀ। ਸੋ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀ, AVL 'ਚ ਜਦੋਂ ਇਹਦੀ ਟੈਸਟ ਕਰਾਇਆ ਉਦੋਂ ਕੰਪਨੀ ਕਲੇਮ ਕਰਦੀ ਹੈ ਇਹਦੀ 12 ਤੋਂ 13 ਦੀ ਐਵਰੇਜ ਆਏਗੀ ਜੀ। 21-22 ਤੋਂ ਘੱਟ ਐਵਰੇਜ ਹੀ ਨਹੀਂ ਦਿੰਦੀ ਜੀ। AVL 'ਚ ਕਈ ਵਾਰੀ ਟੈਸਟ ਕਰ ਲਿਆ, ਆਹ ਵਾਲੀ ਸਫਾਰੀ 2.9 ਲੀਟਰ ਦਿੰਦੀ ਨਹੀਂ ਵੈਸੇ, ਮੈਂ ਦੇਖਿਆ ਜ਼ਿਆਦਾਤਰ, ਕਿਉਂਕਿ ਪੁਰਾਣੀਆਂ ਨਾ ਸਾਈਕਲ ਨਹੀਂ ਦਿੰਦੇ ਲੋਕਾਂ ਦੇ। ਆਹ 2.9 ਲੀਟਰ ਸਫਾਰੀ ਹੈ, ਇਹ 21-22 ਤੋਂ ਘੱਟ ਐਵਰੇਜ ਨਹੀਂ ਦਿੰਦੀ। ਝੋਟਾ ਵੀ ਕਿਹਾ ਜਾਂਦਾ, ਮੈਂ ਇੱਕ ਤਰ੍ਹਾਂ ਦਾ ਝੋਟਾ ਕਿਹਾ ਜਾਂਦਾ, ਬੰਦ ਨਹੀਂ ਹੁੰਦੀ। ਇਹ ਟਾਟਾ 307 'ਚ ਵੀ ਇਹੀ ਇੰਜਨ ਲੱਗਿਆ, ਸੇਮ ਇੰਜਨ ਹੈ, ਕਮਰਸ਼ੀਅਲ। ਇਹ ਕਮਰਸ਼ੀਅਲ ਇੰਜਨ ਹੀ ਕਮਰਸ਼ੀਅਲ ਹੈ।
22-23 ਦੀ ਤੁਹਾਨੂੰ ਐਵਰੇਜ ਦੇਈ ਜਾਵੇ, ਇੰਜਨ ਹੋਵੇ ਕਮਰਸ਼ੀਅਲ 2-3 ਟਨ ਤੁਹਾਡੇ ਖਿੱਚੀ ਜਾਵੇ। ਹਾਈਵੇ ਦੇ ਕਿੰਨੀ ਕੁ ਦੇ ਦਿੰਦੀ ਇਹ? ਆ 22-23 ਹਾਈਵੇ ਰੀਡਿੰਗ ਦੱਸ ਰਿਹਾ ਜੀ। ਹਾਂ, ਉਹ ਵੀ 12-13 ਜਿਹੜੀ ਕਹਿੰਦੇ ਆ, ਮੈਕਸਿਮਮ 14 ਨਵੀਂ ਗੱਡੀ ਜੇ ਹੋਵੇ, ਮੈਕਸਿਮਮ 14 ਕੰਪਨੀ ਕਲੇਮ ਕਰਦੀ ਹੈ। ਉਹ ਕੰਪਨੀ ਕਲੇਮਸ 'ਚ ਕਦੇ ਅੱਜ ਤੱਕ ਤਾਂ ਪੂਰਾ ਹੋਇਆ ਵੀ ਨਹੀਂ। 12-13 ਤੋਂ ਜ਼ਿਆਦਾ ਨਵੀਂ ਗੱਡੀ ਉਹਨਾਂ ਦੀ ਹਾਈਵੇ ਤੇ ਉਹ ਕਲੇਮ ਹੀ ਨਹੀਂ ਕਰਦੇ ਵੀ ਐਵਰੇਜ ਦੇ ਦੂਗੀ। ਆਪਣੀ 20 ਤੋਂ ਉੱਤੇ ਐਵਰੇਜ ਦਿੰਦੀ ਹੈ, ਅਸੀਂ ਕਲੇਮ ਕਰਦੇ ਹਾਂ ਜੀ। ਕੋਈ ਲੈ ਜਾਵੇ, ਚਲਾ ਕੇ ਦੇਖ ਲਵੇ। ਓਕੇ, ਤੇ ਹੁਣ ਆਪਾਂ ਨਾਲ ਦੇਖ ਵੀ ਲੈਂਦੇ ਸੀ ਵੀ ਕੀ ਫੀਚਰਸ ਨੇ, ਹਨਾ, ਕੀ ਇਹਦੇ ਵਿੱਚ ਲਗਾਇਆ ਗਿਆ, ਹਨਾ। ਦੇਖੋ ਇਹ ਜਿਹੜਾ ਮਾਡਲ ਹੈਗਾ, ਇਹਨੂੰ ਅਸੀਂ ਪ੍ਰੋਟੋਟਾਈਪ ਕਹਿੰਦੇ ਹਾਂ ਜੀ, ਠੀਕ ਹੈ, ਜਿਹੜਾ ਕਿ ਸਾਡੀ ਟੈਸਟਿੰਗ ਵਿੱਚ ਵੇਰੀਏਸ਼ਨਸ ਵਿੱਚ ਤਾਂ ਤੁਹਾਨੂੰ ਡੱਬ ਖੜੱਬਾ ਜਿਹਾ ਲੱਗੇਗਾ ਤੇ ਅਜੀਬ ਜਿਹਾ ਲੱਗੇਗਾ। ਇਹਦਾ ਜਿਹੜੀ ਮੇਨ ਬੋਡੀ ਹੈ ਉਹ ਜਿਹੜਾ ਥੱਲੇ ਸਾਇਲੈਂਸਰ ਹੈ ਉਹਨੇ ਸਾਈਜ਼ ਦੀ ਹੈ, ਬਾਕੀ ਪਾਈਪਾਂ ਉੱਪਰ ਛੱਡ ਦਿਓ, ਠੀਕ ਹੈ। ਸੋ ਉਹਦੇ ਚੋਂ ਆਉਂਦੀ ਹੈ ਐਗਜ਼ੌਸਟ ਗੈਸ, ਜਿਹੜਾ ਉਹ ਥੱਲੇ ਚਮਕੀਲੀ ਜਿਹੀ ਪਾਈਪ ਹੈਗੀ ਉਹ ਉਹਦੇ ਤੋਂ, ਠੀਕ ਹੈ, ਉਹਦੇ ਫਲੋਰ ਤੋਂ ਆ ਰਹੀ, ਠੀਕ ਹੈ। ਐਗਜ਼ੌਸਟ ਗੈਸ ਅੰਦਰ ਆ ਕੇ ਫਿਰ ਇਹਦੇ ਅਸੀਂ ਟ੍ਰੀਟਮੈਂਟ ਕਰਦੇ ਹਾਂ। ਓਕੇ, ਤੇ ਟ੍ਰੀਟਮੈਂਟ ਇੱਦਾਂ ਕਰਦੇ ਹਾਂ ਕਿ ਉਹਦਾ ਰੈਜ਼ਿਸਟੈਂਸ ਨਾ ਆਏ, ਰੁਕਾਵਟ ਨਾ ਆਏ ਘੁੰਮਣ ਵਿੱਚ, ਠੀਕ ਹੈ। ਤੇ ਬਿਨਾਂ ਰੁਕਾਵਟ ਕੀਤੇ ਐਗਜ਼ੌਸਟ ਗੈਸ ਦੀ ਉਹਦੇ ਸਾਰੇ ਪਾਰਟੀਕਲ ਕੱਢ ਲੈਂਦੇ ਆ, ਉਹ ਇਹ ਡਰਮ 'ਚ ਭਰੀ ਜਾਂਦੇ ਆ। ਓਕੇ, ਠੀਕ ਹੈ। ਤੇ ਉਹ ਤੁਸੀਂ ਭਾਵੇਂ 10,000 20,000 ਕਿਲੋਮੀਟਰ ਤੱਕ ਦਾ ਚਲਾਈ ਚੱਲੋ, ਉਹਨਾਂ ਨੇ ਵਿੱਚ ਹੀ ਰਹਿਣਾ, ਉਹ ਬਾਹਰ ਨਹੀਂ ਆ ਸਕਦਾ, ਠੀਕ ਹੈ। ਤੇ ਉਧਰੋਂ ਜਦ ਘੁੰਮ ਕੇ ਸਾਰਾ ਕੁਝ ਬਾਹਰ ਨਿਕਲਦਾ ਉੱਤੋਂ ਦੀ, ਸੋ ਦੀ ਜੌਬ ਇਜ਼ ਡਨ ਜੀ। ਤੁਹਾਡੀ ਪਾਰਟੀਕਲ ਅੱਡ ਹੋ ਗਏ ਜੀ, ਤੁਹਾਡੀ ਫਿਊਲ ਕੰਜ਼ੰਪਸ਼ਨ ਇੰਪਰੂਵ ਹੋ ਗਈ ਜੀ, ਤੇ ਖਰਚਾ ਘਟ ਗਿਆ, ਤੇ এনवायरमेंट ਵੀ ਬਚ ਗਈ। ਉਸ ਸਾਈਜ਼ ਦੀਆਂ ਸਾਰੀਆਂ ਬਣਨੀਆਂ। ਬਿਲਕੁਲ, ਸ਼ਾਟ ਵੀ ਕਰਕੇ ਦਿਖਾਓ, ਕਿਉਂਕਿ ਅਸੀਂ ਦੇਖਣਾ ਚਾਹੁੰਦੇ ਵੀ ਧੂਆਂ ਸੱਚੀ ਤਾਂ ਨਿਕਲਦਾ ਇਹ 'ਚ। ਬਸ ਉਹਨਾਂ ਕੀ ਹੈ ਜੀ, ਉਹ ਤਾਂ ਬਹੁਤ ਹੀ ਘੱਟ ਹੈ। ਮਤਲਬ ਉਹ ਸਾਰਾ ਤਾਂ ਸਾਫ਼ ਹੋ ਗਿਆ ਨਾ। ਧੂਆਂ ਆਪਾਂ ਨੂੰ ਦਿਸਦਾ ਕਿਉਂ ਹੈ? ਕਿਉਂਕਿ ਕਾਲਖ ਹੁੰਦੀ ਹੈ ਉਹਦੇ 'ਚ, ਕਾਲਖ ਇਹ ਖਾ ਜਾਂਦਾ ਸਾਰੀ। ਉਹ ਧੂਆਂ ਹੋਣਾ ਹੀ ਨਹੀਂ, ਜਦੋਂ ਉਹਨੇ ਦਿਸਣਾ ਕੀ ਹੈ। ਉੱਤੇ ਲਾਓ ਜੀ। ਬਿਲਕੁਲ, ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਗੱਡੀ ਦਾ ਇੰਜਣ ਦਾ ਧੂਆਂ ਹੁੰਦਾ ਨੀਚੋਂ ਨਿਕਲਦਾ, ਇਹ ਉਹਨਾਂ ਨੇ ਜਗਾੜਮੈਂਟ ਕਰਕੇ ਉੱਪਰ ਲਾਇਆ, ਜਿਹੜਾ ਕਹਿੰਦੇ ਜੀ ਧੂਆਂ ਨਿਕਲ ਸਕਦਾ ਕਿਸੇ ਤਰੀਕੇ। ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਮਾੜਾ ਮੋਟਾ ਕਹਿ ਸਕਦੇ ਹਾਂ ਕਿ ਨਿਕਲ ਰਿਹਾ, ਪਰ ਗੱਡੀ ਠੰਡੀ ਹੈ ਇਸ ਕਰਕੇ। ਗੱਡੀ ਠੰਡੀ ਕਰਕੇ ਥੋੜਾ ਬਹੁਤ ਦਿਸੇਗਾ ਜੀ। ਗੱਡੀ ਗਰਮ ਹੋ ਜਾਏਗੀ, ਬਿਲਕੁਲ ਹੀ ਮਤਲਬ ਵੇਪਰ ਹੀ ਨਿਕਲਦਾ ਹੈ। ਓਕੇ, ਥੋੜਾ ਜਿਹਾ, ਹਾਂ, ਕਿਉਂਕਿ ਉਹ ਅਜੇ ਗੱਡੀ ਠੰਡੀ ਹੈ ਨਾ ਜੀ, ਇਹਨੂੰ ਵਾਰਮ ਅਪ ਕਰਨਗੇ ਥੋੜਾ ਜਿਹਾ। ਬਿਲਕੁਲ ਆ ਦੇਖੋ ਹੁਣ ਇਹਦੇ ਤੇ ਦੇਖੋ ਬਈ, ਤੁਹਾਨੂੰ ਐ ਲੱਗੂਗਾ ਵੀ ਜਿਵੇਂ ਕੋਈ ਡਿਸਟਰਬੈਂਸ ਜਿਹੀ ਹੈ, ਕਿਉਂਕਿ ਹਵਾ ਡਿਸਟਰਬ ਹੋ ਰਹੀ ਹੈ। ਐਕਚੁਅਲ ਧੂਆਂ ਤੁਹਾਨੂੰ ਬਿਲਕੁਲ ਨਹੀਂ ਨਜ਼ਰ ਆਊਗਾ। ਹੁਣ ਅਸੀਂ ਐਕਚੁਅਲੀ ਜਿਹੜੇ ਹੈ ਉਹ ਸਾਇਲੈਂਸਰ ਸਾਡੇ ਕੋਲੇ ਦੋਵੇਂ ਐਗਜ਼ਿਸਟ ਕਰਦੇ ਆ, ਉੱਤੇ ਵਾਲਾ ਵੀ ਥੱਲੇ ਵਾਲਾ। ਇੱਕ ਆ ਜਿਹੜਾ ਮੈਂ ਕਿਹਾ ਨੀਚੇ ਹੁੰਦਾ ਉਹ ਬੰਦ ਕੀਤਾ ਹੋਇਆ ਨਾ, ਇਹ ਬੰਦ ਇਸ ਕਰਕੇ ਕੀਤਾ ਜੀ ਕਿ ਅਜੇ ਅਸੀਂ ਉਹ ਚਲਾ ਰਹੇ ਹਾਂ। ਇਹ ਅਸੀਂ ਥੱਲੇ ਵਾਈ ਲਾਈ ਹੋਈ ਹੈ ਜੀ, ਉਹਨੂੰ ਬੰਦ ਕਰਕੇ ਅਸੀਂ ਇਹ ਚਲਾਉਂਦੇ ਹਾਂ, ਕਿਉਂਕਿ ਅਸੀਂ ਦੋਵੇਂ ਆਪਸ 'ਚ ਟੈਸਟ ਕਰਦੇ ਹਾਂ। ਓਕੇ, ਇਹਦਾ ਜਿਹੜਾ ਓਰੀਜਨਲ ਸਾਇਲੈਂਸਰ ਹੈ ਉਹ ਵਿੱਚ ਹੀ ਲੱਗਾ ਹੋਇਆ ਜੀ, ਇਸੇ ਕਰਕੇ ਉਹ ਉੱਤੇ ਲੱਗਾ, ਕਿਉਂਕਿ ਇੱਥੇ ਜਗ੍ਹਾ ਨਹੀਂ ਹੈਗੀ। ਅਲਟੀਮੇਟਲੀ ਜਦੋਂ ਇਹ ਹਟ ਜਾਊਗਾ ਤਾਂ ਉਹ ਇੱਥੇ ਆ ਜਾਊਗਾ। ਓਕੇ, ਸੋ ਇਹ ਉਸੇ ਹਿਸਾਬ ਨਾਲ ਚੱਲੂਗੀ ਜਿਵੇਂ ਅਜੇ ਹੈਗਾ। ਦੈਟ ਇਜ਼ ਨੋਟ ਅ ਪ੍ਰੋਬਲਮ। ਓਕੇ, ਸੋ ਬੇਸਿਕਲੀ ਇਹਦਾ ਜਿਹੜਾ ਐਗਜ਼ੌਸਟ ਦਾ ਹੁਣ ਇਸ ਵੇਲੇ ਇਹ ਦੇਖੋ 2005 ਦੀ ਗੱਡੀ ਹੈ ਜੀ। ਇਹਨੂੰ ਤੁਸੀਂ ਜਿੰਨਾ ਮਰਜ਼ੀ ਚਮਕਾ ਲਓ, ਭਾਵੇਂ ਸਾਡੇ ਵਰਗੇ ਐਕਸਪਰਟਸ ਦੇ ਹੱਥ 'ਚ ਛੱਡੀ ਹੋਈ ਹੈ ਗੱਡੀ, ਫੇਰ ਵੀ ਧੂਆਂ ਤਾਂ ਮਾਰੂਗੀ। ਉਹ ਇੰਨੀ ਪੁਰਾਣੀ ਗੱਡੀ ਹੈ, ਇਹ ਘੱਟੋ ਘੱਟ ਨਹੀਂ ਤਾਂ 4 ਲੱਖ ਕਿਲੋਮੀਟਰ ਚੱਲ ਗਈ ਹੈ ਜੀ। ਤਾਂ ਧੂਆਂ ਤਾਂ ਮਾਰੂਗੀ ਮਾੜਾ ਮੋਟਾ। ਹੁਣ ਜੇ ਅਸੀਂ ਖੋਲ ਦਈਏ ਇੱਥੇ, ਮਾੜਾ ਮੋਟਾ ਧੂਆਂ ਮਾਰੂਗੀ, ਪਰ ਉੱਤੇ ਧੂਆਂ ਜਮਾ ਨਹੀਂ ਮਾਰੂਗੀ, ਉਹਦਾ ਨਹੀਂ ਧੂਆਂ ਮਾਰਦੀ। ਜਿਹੜਾ ਸਾਡਾ ਜੇ ਸਾਇਲੈਂਸਰ ਲੱਗ ਗਿਆ ਫੇਰ ਨਹੀਂ ਧੂਆਂ ਮਾਰਦਾ। ਸਰਵਿਸ ਦੀ ਗੱਲ ਕੀਤੀ ਜਾਵੇ, ਇਹਦੀ ਸਰਵਿਸਿੰਗ ਇਜ਼ ਦਾ ਸੇਮ। ਜਦੋਂ ਤੁਸੀਂ ਗੱਡੀ ਸਰਵਿਸ ਕਰਾਣੀ ਹੈ, ਆਇਲ ਚੇਂਜ ਕਰਨਾ ਹੈ, ਫਿਲਟਰ ਚੇਂਜ ਕਰਨਾ ਹੈ, ਤੁਸੀਂ ਇਹਨੂੰ ਵੀ ਸਰਵਿਸ ਕਰਾ ਲੈਣਾ। ਇਹਨੂੰ ਵੀ ਸਾਫ਼ ਕਰਾ ਕੇ ਤੁਸੀਂ ਇਹਦਾ ਜਿਹੜਾ ਜਮਾ ਹੋਇਆ, ਅੱਜ ਤਾਂ ਕੀ ਹੁੰਦਾ, ਜਿਹੜਾ ਨਿਕਲ ਗਿਆ, ਅਗਲੇ ਜਿਹੜੇ ਉਹ ਫਿਲਟਰ ਕੱਢ ਕੇ ਸਾਫ਼ ਸੂਫ ਕਰਦੇ ਨੇ, ਉਹਦੇ 'ਚੋਂ ਨੋ ਰਿਕਵਰੀ ਇਜ਼ ਦੇਅਰ। ਇਹਦੇ 'ਚੋਂ ਫੁੱਲ ਰਿਕਵਰੀ ਹੈ। ਜਿੰਨਾ ਕਾਰਬਨ ਜਲ ਕੇ ਇਸ ਗੱਡੀ ਨੇ ਦਿੱਤਾ ਹੈ ਉਹ ਸਾਡੇ ਕੋਲ ਹੈ। ਉਹਨੂੰ ਅਸੀਂ, ਲਾਈਕ ਆਈ ਸੈਡ ਅਰਲੀਅਰ, ਉਹਨੂੰ ਅਸੀਂ ਇਨਕ ਇੰਡਸਟਰੀ, ਡਾਈ ਇੰਡਸਟਰੀ ਖੁਸ਼ੀ ਖਰੀਦਦੇ ਨੇ, ਕਿਉਂਕਿ ਪਿਓਰ ਕਾਰਬਨ ਮਿਲਦਾ ਉਹਨਾਂ ਨੂੰ। ਇੱਕ ਤਾਂ ਪਿਓਰ ਕਾਰਬਨ ਆਪਾਂ ਹਵਾ 'ਚੋਂ ਕੱਢਤਾ, ਦੂਜਾ ਉਹਨਾਂ ਨੂੰ ਅਸੀਂ ਪ੍ਰੋਡਕਟ ਦੇ ਦਿੱਤਾ ਜਿਹਦੀ ਉਹ ਚੀਜ਼ ਬਣਾ ਸਕਦੇ ਹਾਂ। ਇਟਸ ਅ ਵਿਨ ਵਿਨ ਸਿਚੁਏਸ਼ਨ ਫॉर ਐਵਰੀਬਾਡੀ। ਇਹੀ ਗੇਮ ਹੈ ਇਹਦੀ। ਸੋ ਸਰ, ਗੱਲ ਕੀਤੀ ਜਾਵੇ, ਲੋਕਾਂ ਦੀ ਗੱਲ ਕੀਤੀ, ਲੋਕਾਂ ਨੂੰ ਬਹੁਤ ਚੀਜ਼ਾਂ ਪਸੰਦ, ਕਿਉਂਕਿ ਤੇਲ ਵਾਧਾ ਮਹਿੰਗਾਈ ਜਾ ਰਿਹਾ ਹੈ ਨਾ, ਤੇ ਲੋਕ ਕਹਿੰਦੇ ਨੇ ਵੀ ਸਾਨੂੰ ਘੱਟ ਚੀਜ਼ ਦੇ ਵਿੱਚ ਬਜਟ ਜ਼ਿਆਦਾ ਮਿਲੇ ਚੀਜ਼ਾਂ ਨੂੰ ਲੈ ਕੇ। ਤੁਸੀਂ ਕਿਵੇਂ ਦੇਖਦੇ ਹੋ, ਕਿੰਨਾ ਖਰਚ ਆਊਗਾ ਜੇਕਰ ਇਹ ਚੀਜ਼ ਲਗਵਾਉਣੀ ਹੋਵੇ ਤਾਂ? ਸੋ ਇਹਦੇ ਜੀ ਦੋ ਮਾਰਕੀਟਸ ਨੇ। ਇੱਕ ਤਾਂ ਇਹ ਹੈ ਜਿਹੜੀ OEM ਦੀ ਮਾਰਕੀਟ ਹੈ, ਜਿਹੜੀ ਕੰਪਨੀਆਂ ਨੂੰ ਅਸੀਂ ਟਰਾਈ ਕਰਾਂਗੇ ਕਿ ਕੰਪਨੀਆਂ ਆਪਣੇ ਵੱਲੋਂ ਹੀ ਦੇਣਾ ਸ਼ੁਰੂ ਕਰ ਦੇਣ। ਪਰ ਹੁਣ ਇੰਨੀਆਂ ਸਾਰੀਆਂ ਗੱਡੀਆਂ ਆਲਰੇਡੀ ਇੱਥੇ ਐਗਜ਼ਿਸਟ ਕਰਦੀਆਂ ਨੇ ਇੰਡੀਆ 'ਚ, ਜਿਹੜੀਆਂ ਕਿ
ਪੁਰਾਣੀਆਂ ਗੱਡੀਆਂ ਬਣੀਆਂ ਹੋਈਆਂ ਮਤਲਬ ਲੱਖਾਂ 'ਚ ਹੀ ਨੇ, ਇਹ ਉਹਨਾਂ ਤੇ ਰੈਟਰੋਫਿਟ ਵੀ ਹੋ ਸਕਦਾ। ਜਿਹੜੀ ਨਵੀਂ ਚੀਜ਼ ਕੰਪਨੀਆਂ ਬਣਾ ਕੇ ਦੇ ਰਹੀਆਂ ਉਹ ਪੁਰਾਣੀਆਂ ਗੱਡੀਆਂ ਤੇ ਲੱਗ ਹੀ ਨਹੀਂ ਸਕਦੀ, ਉਹਨਾਂ ਦੇ ਇੰਜਨ ਹੀ ਅਲੱਗ ਨੇ। ਇਹਨੂੰ ਜਿੱਥੇ ਮਰਜ਼ੀ ਲਾ ਲਓ, ਜਨਰੇਟਰ ਤੇ ਲਾ ਲਓ, ਇਹਨੂੰ ਆਪਦੀ ਬੰਬੀ ਤੇ ਲਾ ਲਓ, ਇਹਨੂੰ ਤੁਸੀਂ ਆਪਦੇ ਕਿਸੇ ਇੰਜਨ ਤੇ ਲਾ ਲਓ, ਇਹ ਸਾਰੀ ਜਗ੍ਹਾ ਉਹੀ ਕੰਮ ਕਰੂਗਾ। ਸੋ ਇਹ ਜਿਹੜੀ ਸਾਡੀ ਹੁਣ ਕੰਪਨੀ ਹੈ ਜਿਹਦੇ ਨਾਲ ਸਾਡਾ ਟਾਈ ਅਪ ਹੋਇਆ, ਮਾਰਕੀਟਿੰਗ ਦੀ ਕੰਪਨੀ ਦਾ ਉਹਦਾ ਕੰਮ ਹੈ। ਬੇਸਿਕਲੀ ਇਹਦੀ ਕਾਸਟ ਜੇ ਮੈਂ ਤੁਹਾਨੂੰ ਦੱਸਾਂ, ਜਦੋਂ ਕਿ ਅਸੀਂ ਮਾਸ ਪ੍ਰੋਡਕਸ਼ਨ ਸ਼ੁਰੂ ਕਰ ਦਿਆਂਗੇ ਉਦੋਂ ਇਹਦੀ ਕਾਸਟ ਕੋਈ 5-7 ਹਜ਼ਾਰ ਰੁਪਏ ਤੋਂ ਜ਼ਿਆਦਾ ਨਹੀਂ ਹੋਣੀ। ਤੇ ਜੇ ਤੁਸੀਂ ਉਹ ਮਫਲਰ ਕੱਢਦੇ ਹੋ, ਉਹ ਮਫਲਰ ਜਿਹੜਾ ਕੰਪਨੀ ਲਾ ਕੇ ਦਿੰਦੀ ਹੈ ਘੱਟੋ ਘੱਟ ਨਹੀਂ ਤਾਂ ਉਹ 22-23 ਹਜ਼ਾਰ ਰੁਪਏ ਦਾ। ਐਕਚੁਅਲੀ ਕੰਪਨੀਆਂ ਤਾਂ ਪੈਸੇ ਵੀ ਬਚਾਉਣਗੀਆਂ, ਸਸਤਾ ਵੀ ਹੋ ਜਾਊਗਾ ਉਹਨਾਂ ਨੂੰ ਕੰਮ। ਪਰ ਜਿਹੜੀ ਰੈਟਰੋਫਿਟ ਮਾਰਕੀਟ ਜੇ ਤੁਸੀਂ ਕਰਦੇ ਹੋ ਬਈ ਕਢਾ ਕੇ ਤੁਸੀਂ ਆਹ ਲਵਾ ਲਿਆ, ਮੰਨ ਲਓ ਇਹ ਰੋਡ ਸੇਫਟੀ ਵਾਲਿਆਂ ਨੇ ਪਾਸ ਕਰਤਾ, ਉਦੋਂ ਬਾਅਦ ਲੋਕੀ ਇਹ ਕੱਢ ਕੇ ਲਾਉਣ ਲੱਗ ਜਾਣਗੇ, ਇੱਕ ਤਾਂ ਉਹਨਾਂ ਦੀ ਗੱਡੀ ਦੀ ਲਾਈਫ ਵੱਧ ਗਈ। ਸੋ ਉਹਨਾਂ ਨੂੰ ਮੈਕਸਿਮਮ 5-7 ਹਜ਼ਾਰ ਰੁਪਏ ਡਿਪੈਂਡਿੰਗ ਔਨ ਇੰਜਨ ਸਾਈਜ਼ ਕੀ ਹੈ, ਉਹਦਾ ਆਰਕੀਟੈਕਚਰ ਕੀ ਹੈ, ਬਾਕੀ ਉਹਦੀ ਕੰਪਨੀ ਦੀ ਪੋਲਿਸੀ ਕੀ ਹੈ ਵੀ ਕਿੰਨਾ ਮਾਰਜਨ ਰੱਖਣਾ ਚਾਹੁੰਦੇ, ਕੀ ਕਰਨਾ ਚਾਹੁੰਦੇ। ਬਸ ਸਾਡੇ ਵੱਲੋਂ ਅਸੀਂ ਕਹਾਂਗੇ ਕਿ ਭਾਈ ਸਸਤੇ ਤੋਂ ਸਸਤਾ ਦਿਓ, ਇਹਨੂੰ ਜਨ ਸੇਵਾ ਮੰਨ ਕੇ ਚੱਲੋ। ਕਿਉਂਕਿ ਜਿਹੜੀਆਂ ਪੁਰਾਣੀਆਂ ਗੱਡੀਆਂ ਨੇ ਜੇ ਉਹਨਾਂ ਨੂੰ ਆਪਾਂ ਬਚਾ ਲਈਏ ਤਾਂ ਲੋਕਾਂ ਦਾ ਬਹੁਤ ਸਾਰਾ ਪੈਸਾ ਬਚ ਜਾਂਦਾ। ਬਈ ਅੱਜ ਕੱਲ੍ਹ ਆਪਣੇ ਹੁੰਦਾ ਕੀ ਯਾਰ, ਐਤਕੀ ਕੁੜੀ ਵਿਆਹਣੀ ਹੈ, ਅਗਲੇ ਸਾਲ ਕਾਰ ਲਵਾਂਗੇ। ਸੋ ਜੇ ਆਪਾਂ ਕਾਰ ਵਾਲਾ ਪੈਸਾ ਬਚਾ ਦਈਏ, ਅਗਲਾ ਕੁੜੀ ਤਾਂ ਵਿਆਹਵੇ। ਸੋ ਵੀ ਸ਼ੁੱਡ ਥਿੰਕ ਲਾਈਕ ਦੈਟ। ਸੋਸ਼ਲ ਵੀ ਇਹਦਾ ਇੱਕ ਐਂਗਲ ਬਹੁਤ ਜ਼ਰੂਰੀ ਹੈ ਕਿ ਇੱਕ ਤਾਂ এনवायरमेंट ਬਚੂਗਾ, ਸੋਸ਼ਲ ਹੈ ਹੀ, ਦੂਜਾ ਲੋਕਾਂ ਦੇ ਪੈਸੇ ਬਚਣਗੇ, ਉਹ ਬੈਟਰ ਯੂਟਿਲਾਈਜ਼ ਕਰ ਪਾਉਣਗੇ। ਆਪਾਂ ਕੋਈ ਰਿਚ ਨੇਸ਼ਨ ਵਾਲੀ ਗੱਲ ਤਾਂ ਹੈ ਨਹੀਂ। ਸੋ ਬਹੁਤ ਥੈਂਕ ਯੂ ਤੁਹਾਡਾ ਜੀ। ਥੈਂਕ ਯੂ ਸੋ ਮਚ, ਥੈਂਕ ਯੂ ਜੀ। ਸੋ ਤੁਹਾਡੀ ਗੱਡੀ ਦੀ ਗੱਲ ਕੀਤੀ ਜਾਵੇ, ਗੱਡੀ ਦੀ ਤੁਹਾਨੂੰ ਪੂਰੀ ਨੌਲੇਜ ਪੂਰੀ ਦੇ ਚੁੱਕੇ ਆ ਕਿ ਗੱਡੀ ਦੀ ਇਹ ਜਿਹੜੀ ਸਫਾਰੀ ਹੈ 2005 ਮਾਡਲ ਹੈ ਇਹ। ਤੇ ਇਹਦੀ ਗੱਲ ਕੀਤੀ ਜਾਵੇ ਤਾਂ ਤੇਲ ਦੀ ਗੱਲ ਕੀਤੀ ਜਾਵੇ, ਤੇਲ ਮਾਈਲੇਜ ਬਹੁਤ ਵਧੀਆ ਦਿੰਦੀ ਹੈ, ਐਵਰੇਜ ਬਹੁਤ ਵਧੀਆ ਦਿੰਦੀ ਤੁਹਾਨੂੰ। ਜਿਹੜੀ ਜਗਾਰਡਮੈਂਟ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਵੀ ਇਹ ਲਵਾ ਸਕਦੇ ਹੋ, ਜੋ ਕਿ ਖਰਚਾ ਵੀ ਦੱਸਿਆ ਉਹਨਾਂ ਨੇ ਕਿ 5 ਤੋਂ 7 ਹਜ਼ਾਰ ਦੇ ਵਿੱਚ ਵੀ ਆ ਸਕਦਾ ਆ। ਸੋ ਮਾਈਲੇਜ ਬਹੁਤ ਵਧੀਆ ਦਿੰਦਾ ਆ। ਸੋ ਪੋਲਿਊਸ਼ਨ ਵੀ ਕਿਤੇ ਨਾ ਕਿਤੇ ਰੋਕਦਾ ਆ, এনवायरमेंट ਨੂੰ ਵੀ ਬਚਾਉਣ ਦੀ ਕੋਸ਼ਿਸ਼ ਕਰਦਾ। ਕੈਮਰਾਮੈਨ ਸੰਦੀਪ ਦੇ ਨਾਲ ਗੁਰਪ੍ਰੀਤ।